ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀਆਂ ਜਿੱਥੇ 4 ਪੌੜੀਆਂ ਸੁਣਨ ਅਤੇ 4 ਮੰਨਣ ਬਾਰੇ ਉਚਾਰਿਆ ਹਨ, ਉੱਥੇ ਹੀ ਇਸ ਤੋਂ ਬਾਅਦ 4 ਪੌੜੀਆਂ ਕੁਦਰਤ ਦੇ ਬਾਰੇ ਵੀ ਹਨ। ਜੋ ਮਨ ਰੱਬ ਨੂੰ ਗੁਰੂ ਸਾਹਿਬ ਦੀ ਬਾਣੀ ਰਾਹੀਂ ਸੁਣਨ ਸਮਝਣ ਵਾਲਾ ਹੋ ਜਾਂਦਾ ਹੈ, ਉਹ ਫਿਰ ਉਸ ਦੀ ਬਣਾਈ ਕੁਦਰਤ ਨੂੰ ਵੀ ਸਮਝਣ ਵਾਲਾ ਹੋ ਜਾਂਦਾ ਹੈ। ਗੁਰੂ ਪਿਆਰੋ, ਇਹ ਬੜੀ ਹੀ ਪਿਆਰੀ ਤੇ ਲੰਬੀ ਉਡਾਰੀ ਵਾਲੀ ਪੌੜੀ ਹੈ, ਜਿਸ ਦੀ ਪਹਿਲੀ ਪੰਕਤੀ ਅੰਦਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਪੰਚ ਪਰਵਾਣ ਪੰਚ ਪ੍ਰਧਾਨ। ਪੰਚ ਭਾਵ ਉਹ ਮਨ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਅਤੇ ਮੰਨਿਆ, ਉਸ ਨੂੰ ਗੁਰੂ ਪਾਤਸ਼ਾਹ ਪੰਚ ਕਹਿ ਰਹੇ ਹਨ। ਪੰਚ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਪਿੰਡਾਂ ਵਿੱਚ ਅਸੀਂ ਇਹਨਾਂ ਨੂੰ ਆਪ ਚੁਣ ਕੇ ਪੰਚ ਬਣਾਉਂਦੇ ਹਾਂ, ਭਾਵ ਉਹ ਇਨਸਾਨ ਜੋ ਸਾਡੇ ਤੋਂ ਜ਼ਿਆਦਾ ਸਮਝਦਾਰ ਹੋਵਨ, ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਣ ਵਾਲੇ ਹੋਵਨ ਅਤੇ ਪਿੰਡ ਦੇ ਵਿਕਾਸ ਲਈ ਉਦਮ ਕਰਨ ਵਾਲੇ ਹੋਵਨ। ਇਹੋ ਜਿਹੇ ਨੂੰ ਪੰਚ ਕਿਹਾ ਜਾਂਦਾ ਹੈ ਤੇ ਇਹੋ ਜਿਹੇ ਨੂੰ ਪੰਚ ਚੁਣਿਆ ਜਾਂਦਾ ਹੈ। ਪੰਚ ਤੋਂ ਪੰਚਾਇਤ ਬਣਦੀ ਹੈ। ਇੰਝ ਹੀ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਜਦ ਮਨ ਪੰਚ ਬਣਦਾ ਹੈ, ਜਦ ਮਨ ਸਮਝਦਾਰ ਹੁੰਦਾ ਹੈ, ਬਾਣੀ ਰਾਹੀਂ ਰੱਬੀ ਨਾਮ ਨੂੰ ਮਨ ਅੰਦਰ ਵਸਾ ਕੇ ਤੁਰਦਾ ਹੈ, ਤਾਂ ਇਹ ਸਰੀਰ ਦੇ ਸਾਰੇ ਅੰਗਾਂ ਦੇ ਕੰਮ ਸਵਾਰ ਦਿੰਦਾ ਹੈ। ਇਹ ਪੰਚ ਹੋਣ ਦੀ ਪੂਰੀ ਭੂਮਿਕਾ ਨਿਭਾਉਂਦਾ ਹੈ। ਇੰਦਰੀਆਂ ਨੂੰ ਚੰਗਾ ਦੇਖਣ, ਸੁਣਨ ਤੇ ਸਮਝਣ ਵਾਲੇ ਪਾਸੇ ਲਾ ਲੈਂਦਾ ਹੈ। ਇੰਜ ਮਨ ਪੰਚ ਬਣ ਕੇ ਤਨ ਅਤੇ ਮਨ ਸਵਾਰ ਦਿੰਦਾ ਹੈ। ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਇਹ ਪੰਚ ਮਨ ਜਿਨ੍ਹਾਂ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਸਤੇ ਲਗਨ ਬਣ ਜਾਂਦੀ ਹੈ, ਉਹੀ ਮਨੁੱਖ ਮੰਨੇ ਪਰਮੰਨੇ ਭਾਵ ਪ੍ਰਵਾਨ ਹਨ। ਅਤੇ ਇਹ ਪੰਚ ਮਨ ਹੀ ਸਭ ਅੰਗਾਂ ਦੇ ਆਗੂ ਹੁੰਦੇ ਹਨ। ਪ੍ਰਵਾਨ ਭਾਵ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ। ਇਸ ਨੂੰ ਗੁਰੂ ਸਾਹਿਬ ਅਗਲੀ ਪੰਕਤੀ ਅੰਦਰ ਥੋੜਾ ਹੋਰ ਖੋਲ ਕੇ ਫਰਮਾਉਂਦੇ ਹਨ ਕਿ ਪੰਚੇ ਪਾਵਹਿ ਦਰਗਹਿ ਮਾਣ। ਇਹ ਪੰਚ ਮਨ ਜਿਨ੍ਹਾਂ ਦੀ ਸੁਰਤ ਰੱਬ ਨਾਲ ਲੱਗੀ ਹੈ, ਇਹ ਦਰਗਾਹ ਅੰਦਰ ਭਾਵ ਅਕਾਲ ਪੁਰਖ ਦੇ ਦਰਬਾਰ ਅੰਦਰ ਆਦਰ ਮਾਨ ਪਾਉਂਦੇ ਹਨ। ਗੁਰੂ ਪਿਆਰਿਓ, ਰੱਬ ਕਿੱਥੇ ਹੈ? ਹਰ ਪਾਸੇ ਉਹੀ ਤਾਂ ਹੈ। ਉਸ ਦੇ ਸਿਵਾ ਇੱਥੇ ਹੈ ਹੀ ਕੌਣ? ਇੱਕ ਉਸੇ ਨਾਲ ਤਾਂ ਸਾਰਾ ਜਹਾਨ ਚੱਲਦਾ ਹੈ ਅਤੇ ਜਿੱਥੇ ਉਹ ਆਪ ਹੈ ਉੱਥੇ ਹੀ ਉਸ ਦਾ ਦਰਬਾਰ ਹੈ। ਹਰ ਜੀਵ ਅੰਦਰ ਉਸ ਦੀ ਦਰਗਾਹ ਹੈ ਅਤੇ ਇਸ ਦਰਗਾਹ ਅੰਦਰ ਅਸੀਂ ਮਾਣ ਪਾਣਾ ਹੈ ਜਾਂ ਸ਼ਰਮਿੰਦਾ ਹੋਣਾ ਹੈ, ਇਹ ਫੈਸਲਾ ਸਾਡੇ ਕਰਮਾਂ ਤੇ ਟਿਕਿਆ ਹੋਇਆ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਮਨ ਨਾਮ ਨੂੰ ਸੁਣਦੇ ਤੇ ਮੰਨਦੇ ਹਨ, ਅਜਿਹੇ ਪੰਚ ਮਨ ਹੀ ਰੱਬੀ ਦਰਗਾਹ ਵਿੱਚ ਆਦਰ ਸਤਿਕਾਰ ਪਾਉਂਦੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪੰਚੇ ਸੋਹਿ ਦਰ ਰਾਜਾਨ। ਜਿਵੇਂ ਰਾਜਿਆਂ ਦੇ ਦਰਬਾਰ ਵਿੱਚ ਜਿੱਥੇ ਹੋਰ ਬਹੁਤ ਸਾਰੇ ਅਧਿਕਾਰੀ ਹੁੰਦੇ ਹਨ, ਉੱਥੇ ਹੀ ਸੰਤ ਮਹਾਤਮਾ ਜਾਂ ਗੁਰੂ ਨੂੰ ਵੀ ਉੱਚਾ ਸਥਾਨ ਦਰਬਾਰ ਅੰਦਰ ਦਿੱਤਾ ਜਾਂਦਾ ਸੀ, ਜਿਸ ਦੇ ਫੈਸਲੇ ਦੀ ਸਾਰੇ ਕਦਰ ਕਰਦੇ ਸਨ ਅਤੇ ਉਹਨਾਂ ਪੰਚ ਭਾਵ ਸੰਤ ਪੁਰਖਾਂ ਦਾ ਦਰਬਾਰ ਅੰਦਰ ਬੈਠਣ ਨਾਲ ਹੀ ਦਰਬਾਰ ਦੀ ਸ਼ੋਭਾ ਵਧ ਜਾਂਦੀ ਸੀ। ਇੰਝ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਦਰਬਾਰ ਅੰਦਰ ਪੰਚ ਮਨ ਆਦਰ ਮਾਨ ਪਾਉਂਦੇ ਹਨ, ਉਸੇ ਹੀ ਦਰਬਾਰ ਭਾਵ ਜੋ ਅਕਾਲ ਪੁਰਖ ਰਾਜਿਆਂ ਦਾ ਵੀ ਰਾਜਾ ਹੈ, ਉਸ ਦੇ ਦਰਬਾਰ ਅੰਦਰ ਇਹ ਪੰਚ ਮਨ ਸ਼ੋਭਦੇ ਹਨ, ਸੋਹਣੇ ਲੱਗਦੇ ਹਨ। ਜਿਵੇਂ ਬਾਗ ਅੰਦਰ ਸੋਹਣੇ ਸੋਹਣੇ ਫੁੱਲ ਹੁੰਦੇ ਹਨ, ਇੰਝ ਹੀ ਉਹ ਮਨ ਹਨ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਤੇ ਮੰਨਿਆ ਹੈ। ਇਹ ਪੰਚ ਮਨ ਵੀ ਸੋਹਣੇ ਫੁੱਲ ਹਨ ਜੋ ਧਰਤੀ ਤੇ ਖਿੜੇ ਹੋਏ ਹਨ, ਜੋ ਰੱਬੀ ਦਰਗਾਹ ਅੰਦਰ ਖੁਸ਼ਬੂਆਂ ਵੰਡ ਰਹੇ ਹਨ। ਇਹ ਜਿੱਥੇ ਆਪਣੇ ਆਪ ਨੂੰ ਮਹਿਕਾ ਰਹੇ ਨੇ, ਉੱਥੇ ਹੀ ਇਹ ਜਗ ਅੰਦਰ ਵੀ ਖੁਸ਼ਬੂਆਂ ਭਾਵ ਰੱਬ ਦੇ ਹੁਕਮ ਨੂੰ, ਨਾਮ ਨੂੰ, ਗੁਣਾਂ ਨੂੰ ਵੰਡ ਰਹੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪੰਚਾਂ ਕਾ ਗੁਰ ਏਕ ਧਿਆਨ। ਭਾਵ ਕਿ ਇਹਨਾਂ ਪੰਜ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੈ, ਭਾਵ ਇਹਨਾਂ ਦੀ ਸੁਰਤ ਗੁਰੂ ਸ਼ਬਦ ਵਿੱਚ ਜੁੜੀ ਰਹਿੰਦੀ ਹੈ। ਜਿਵੇਂ ਗੁਰੂ ਦਾ ਹੁਕਮ ਹੈ ਉਵੇਂ ਹੀ ਜਿਉਂਦੇ ਹਨ। ਗੁਰੂ ਦੇ ਹੁਕਮ ਵਿੱਚ ਰਹਿ ਕੇ ਖਾਣਾ, ਪੀਣਾ, ਚੱਲਣਾ, ਬੋਲਣਾ, ਸੁਣਨਾ ਆਦਿ ਹੁੰਦਾ ਹੈ। ਕੋਈ ਵੀ ਕਾਰਜ ਹੁਕਮ ਤੋਂ ਬਾਹਰ ਨਹੀਂ ਹੁੰਦਾ। ਗੁਰੂ ਸ਼ਬਦ ਵਿੱਚ ਜੁੜੇ ਰਹਿਣਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ, ਅਸਲ ਮਕਸਦ ਹੈ। ਕਿਉਂਕਿ ਜਦ ਮਨ ਇਸ ਅਵਸਥਾ ਤੱਕ ਪਹੁੰਚਦਾ ਤਾਂ ਮਨ ਦਾ ਬਹੁਤ ਜ਼ਿਆਦਾ ਭਰੋਸਾ ਆਪਣੇ ਗੁਰੂ ਤੇ ਗੁਰੂ ਸ਼ਬਦ ਤੇ ਵੱਜ ਜਾਂਦਾ ਹੈ। ਇਹ ਮਨ ਫਿਰ ਇੱਕ ਪਲ ਲਈ ਵੀ ਗੁਰੂ ਤੋਂ ਪਰੇ ਨਹੀਂ ਹੁੰਦਾ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਨਾਂ ਪੰਚਾਂ ਦਾ ਨਿਸ਼ਾਨਾ ਜਾਂ ਧਿਆਨ ਸਿਰਫ ਗੁਰੂ ਅੰਦਰ ਹੀ ਹੁੰਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ। ਜਦ ਕੋਈ ਮਨ ਪੰਚ ਅਵਸਥਾ ਤੱਕ ਪਹੁੰਚਦਾ ਹੈ, ਭਾਵ ਜਦ ਕੋਈ ਉੱਚੀ ਆਤਮਿਕ ਅਵਸਥਾ ਤੱਕ ਪੁੱਜਦਾ ਹੈ, ਜਦ ਹੁਕਮ ਸਮਝਣ ਜੋਗਾ ਮਨ ਹੋ ਜਾਂਦਾ ਹੈ, ਨਾਮ ਨੂੰ ਮੰਨਣ ਵਾਲਾ ਹੋ ਜਾਂਦਾ ਹੈ, ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੰਨਾ ਸਭ ਕੁਝ ਪਾ ਕੇ ਵੀ ਐ ਮਨਾ, ਐ ਪੰਚ ਮਨੋ ਕਿਸੇ ਵੀ ਗੱਲ ਦਾ
ਕਦੇ ਵੀ ਕੋਈ ਹੰਕਾਰ ਨਹੀਂ ਕਰਨਾ, ਨਾ ਗਿਆਨ ਦਾ ਹੰਕਾਰ, ਨਾ ਕੋਈ ਤਾਕਤ ਦਾ ਹੰਕਾਰ, ਕਿਉਂਕਿ ਜਿੰਨਾ ਕੁਝ ਹੁਣ ਤੱਕ ਜਾਣਿਆ ਹੈ ਇਹ ਤਾਂ ਸਮੁੰਦਰ ਦੇ ਇੱਕ ਤੁਪਕੇ ਦੇ ਬਰਾਬਰ ਵੀ ਨਹੀਂ ਹੈ। ਅਜੇ ਤਾਂ ਬਹੁਤ ਜਾਣਨਾ ਬਾਕੀ ਹੈ। ਇਹ ਜੋ ਮਾਲਕ ਦੀ ਕੁਦਰਤ ਹੈ ਇਹ ਬੜੀ ਮਹਾਨ ਤੇ ਵੱਡੀ ਹੈ, ਜਿਸ ਅੰਦਰ ਕਰੋੜਾਂ ਹੀ ਗੁਣ ਲੁਕੇ ਹੋਏ ਹਨ। ਸਾਡੇ ਗੁਣ ਤਾਂ ਕੁਝ ਵੀ ਨਹੀਂ ਹਨ। ਅਸੀਂ ਅਜੇ ਸਿਰਫ ਉਨਾ ਹੀ ਲੱਭ ਪਾਏ ਹਾਂ ਜਿੰਨੀ ਕੁ ਡੂੰਘੀ ਛਾਲ ਮਾਰੀ ਹੈ, ਪਰ ਪੂਰਾ ਅਜੇ ਨਹੀਂ ਜਾਣ ਪਏ। ਅਕਾਲ ਪੁਰਖ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਭਾਵੇਂ ਕੋਈ ਕਹੇ ਕਰੇ ਵਿਚਾਰ, ਭਾਵੇਂ ਕੋਈ ਵਿਚਾਰ ਕਰਕੇ ਦੇਖ ਲੈ, ਵਾਚ ਕੇ ਦੇਖ ਲੈ, ਕਰਤੇ ਕਹਿ ਕਰਨੇ ਦਾ ਕੋਈ ਸਮਾਰ ਨਹੀਂ। ਸਮਾਰ ਭਾਵ ਇਸ ਕੁਦਰਤ ਦਾ ਕੋਈ ਹਿਸਾਬ ਨਹੀਂ। ਇਹ ਕੁਦਰਤ ਬੇਹਿਸਾਬ ਹੈ, ਬੇਮਿਸਾਲ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਦ ਕੋਈ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਸਮਾਦ ਵਿੱਚ ਆਉਂਦਾ ਹੈ ਕਿ ਵਾਹ, ਇਹ ਕੁਦਰਤ ਕਿੰਨੀ ਮਹਾਨ ਹੈ, ਅਤੇ ਨਾਲ ਹੀ ਸੋਚਦਾ ਹੈ ਕਿ ਇਹ ਕੁਦਰਤ ਚਲਦੀ ਕਿਵੇਂ ਹੈ, ਇਹ ਟਿਕੀ ਕਿਵੇਂ ਹੋਈ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਧਰਮ ਤੇ ਟਿਕੀ ਹੈ, ਜਿਸ ਨੂੰ ਕੁਝ ਲੋਕ ਬਲਦ ਤੇ ਟਿਕੀ ਹੋਈ ਦੱਸਦੇ ਹਨ, ਪਰ ਅਸਲ ਵਿੱਚ ਇਹ ਜਗਤ, ਇਹ ਧਰਤੀ ਅਤੇ ਇਹ ਮਨ ਧਰਮ ਤੇ ਟਿਕਿਆ ਹੋਇਆ ਹੈ। ਇਹ ਅਕਾਲ ਪੁਰਖ ਦਾ ਧਰਮ ਰੂਪੀ ਬੱਝਵਾ ਨਿਯਮ ਹੀ ਬਲਦ ਹੈ। ਇਹ ਧਰਮ ਹੀ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਅਤੇ ਇਹ ਧਰਮ ਮਾਲਕ ਨੇ ਆਪ ਚਲਾਇਆ ਹੈ, ਆਪ ਦਿਆ ਕੀਤੀ ਹੈ। ਗੁਰੂ ਪਿਆਰੋ, ਜੇ ਇਸ ਕੁਦਰਤ ਨੂੰ ਸਮਝਣਾ ਹੈ ਤਾਂ ਮਨ ਵਿੱਚ ਧਰਮ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਗੁਰੂ ਸਾਹਿਬ ਇਹ ਵੀ ਨਾਲ ਹੀ ਫਰਮਾਉਂਦੇ ਨੇ ਕਿ ਧਰਮ ਉੱਥੇ ਹੀ ਪੈਦਾ ਹੁੰਦਾ ਹੈ ਜਿੱਥੇ ਦਇਆ ਹੋਵੇ। ਦਇਆ ਤੋਂ ਬਿਨਾਂ ਧਰਮ ਪੈਦਾ ਨਹੀਂ ਹੁੰਦਾ, ਕਿਉਂਕਿ ਧਰਮ ਦਇਆ ਦਾ ਪੁੱਤਰ ਹੈ। ਦਇਆ ਹੈ ਤਾਂ ਧਰਮ ਹੈ, ਅਤੇ ਜਦ ਧਰਮ ਹੁੰਦਾ ਹੈ ਫਿਰ ਮਨ ਸੰਤੋਖੀ ਬਣਦਾ ਹੈ, ਭਾਵ ਸੰਤੁਸ਼ਟਤਾ ਮਨ ਅੰਦਰ ਭਰਦੀ ਹੈ। ਜਿਵੇਂ ਬਾਕੀ ਸਾਰੇ ਗ੍ਰਹਿ ਸੰਤੋਖ ਨਾਲ ਭਰੇ ਹਨ, ਜੀਵ ਅਸੰਤੋਖ ਨਾਲ ਭਰੇ ਹਨ। ਉਹਨਾਂ ਨੂੰ ਜੋ ਜੀਵਨ ਮਿਲਿਆ, ਜਿਵੇਂ ਦਾ ਮਿਲਿਆ ਉਵੇਂ ਹੀ ਰਹਿ ਰਹੇ ਹਨ, ਬੜੇ ਸੰਤੋਖ ਵਿੱਚ ਹਨ। ਇਹੋ ਜਿਹੀ ਸੰਤੋਖਤਾ ਮਨ ਅੰਦਰ ਭਰਦੀ ਹੈ ਜਦ ਮਨ ਵਿੱਚ ਧਰਮ ਪੈਦਾ ਹੁੰਦਾ ਹੈ। ਤਾਂ ਗੁਰੂ ਸਾਹਿਬ ਇਹਨਾਂ ਪੰਕਤੀਆਂ ਅੰਦਰ ਫਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਦਇਆ ਕਰਕੇ ਧਰਮ ਰੂਪੀ ਨਿਯਮ ਪੈਦਾ ਕੀਤਾ ਅਤੇ ਫਿਰ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ। ਗੁਰੂ ਪਿਆਰੋ, ਧਰਮੀ ਉਹੀ ਹੈ ਜਿਸ ਦੇ ਮਨ ਵਿੱਚ ਦਇਆ ਹੋਵੇ ਅਤੇ ਸੰਤੋਖ ਹੋਵੇ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਬੁੱਝੈ ਹੋਵੇ ਸਚਿਆਰ, ਭਾਵ ਜੇ ਕੋਈ ਉੱਪਰ ਦੱਸੀ ਵਿਚਾਰ ਨੂੰ ਚੰਗੀ ਤਰ੍ਹਾਂ ਸਮਝ ਲੇ, ਵਿਚਾਰ ਲੇ, ਮਨ ਅੰਦਰ ਵਸਾ ਲੇ, ਤਾਂ ਉਹ ਸਹੀ ਅਰਥਾਂ ਵਿੱਚ ਸਚਿਆਰ ਹੋ ਜਾਂਦਾ ਹੈ। ਉਸ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੋ ਵਿਚਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੁਦਰਤ ਬਣੀ ਕਿਵੇਂ, ਕਿਵੇਂ ਚਲਦੀ ਹੈ, ਕਿਸ ਆਸਰੇ ਖੜੀ ਹੈ ਅਤੇ ਇਸ ਦਾ ਕਰਤਾ ਕੌਣ ਹੈ। ਜੋ ਇਹ ਵਿਚਾਰ ਸਮਝਦਾ ਹੈ ਉਹ ਫਿਰ ਵਹਿਮਾਂ ਭਰਮਾਂ ਦੁਵਿਧਾਵਾਂ ਚੋਂ ਬਾਹਰ ਨਿਕਲ ਆਉਂਦਾ ਹੈ, ਹਰ ਗੱਲ ਤਰਕ ਨਾਲ ਕਰਦਾ ਹੈ। ਜਿਵੇਂ ਜੇ ਕੋਈ ਕਹੇ ਕਿ ਧਰਤੀ ਧਰਮ ਤੇ ਨਹੀਂ ਬਲ ਤੇ ਖੜੀ ਹੈ, ਤਾਂ ਪੰਚ ਮਨ ਇਸ ਨੂੰ ਜਵਾਬ ਦਿੰਦਾ ਹੈ ਕਿ ਧਵਲੈ ਉੱਪਰ ਕੇਤਾ ਭਾਰ। ਧਵਲੈ ਭਾਵ ਬਲਦ, ਉੱਪਰ ਕੇਤਾ ਭਾਰ, ਕੇ ਬਲਦ ਇੰਨੀ ਵੱਡੀ ਤੇ ਭਾਰੀ ਧਰਤੀ ਦਾ ਭਾਰ ਕਿਵੇਂ ਚੁੱਕ ਸਕਦਾ ਹੈ। ਇਹ ਆਪਣੇ ਆਪ ਵਿੱਚ ਸੋਚਣ ਵਾਲਾ ਵਿਸ਼ਾ। ਅਤੇ ਇੰਨਾ ਹੀ ਨਹੀਂ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਅਤੇ ਸਿਰਫ ਭਾਰ ਕਿੰਨਾ ਹੈ ਇਹ ਹੀ ਨਹੀਂ, ਬਲਕਿ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਉਹ ਬਲਦ ਧਰਤੀ ਨੂੰ ਚੁੱਕ ਕੇ ਖੜਾ ਕਿੱਥੇ ਹੈ। ਜੇ ਇਹ ਕਿਹਾ ਜਾਏ ਕਿ ਉਹ ਕਿਸੇ ਹੋਰ ਧਰਤੀ ਤੇ ਹੈ ਤਾਂ ਫਿਰ ਉਸ ਧਰਤੀ ਥੱਲੇ ਕੌਣ ਹੈ। ਜੇ ਉਸ ਥੱਲੇ ਵੀ ਬਲਦ ਹੈ ਤਾਂ ਸਭ ਤੋਂ ਆਖਰੀ ਧਰਤੀ ਥੱਲੇ ਕੌਣ ਹੈ। ਤਿਸ ਤੇ ਭਾਰ ਤਲੈ ਕਵਣ ਜੋਰ, ਸਭ ਤੋਂ ਥੱਲੇ ਅੰਤਲੇ ਅਖੀਰਲੇ ਬਲਦ ਨੂੰ ਸਹਾਰਨ ਵਾਲਾ ਕੌਣ ਹੈ। ਕੌਣ ਹੈ ਜਿਸ ਨੇ ਇੰਨਾ ਭਾਰ ਚੁੱਕਿਆ ਹੋਇਆ ਹੈ। ਤਾਂ ਗੁਰੂ ਪਿਆਰੋ, ਅੰਤ ਵਿੱਚ ਇਹ ਮੰਨਣਾ ਹੀ ਪੈਂਦਾ ਹੈ ਕਿ ਧਰਤੀ ਕਿਸੇ ਬਲਦ ਦੇ ਆਸਰੇ ਨਹੀਂ ਬਲਕਿ ਧਰਮ ਦੇ ਆਸਰੇ ਖੜੀ ਹੈ, ਅਤੇ ਇਹ ਧਰਮ ਵੀ ਆਪਣੇ ਆਪ ਪੈਦਾ ਨਹੀਂ ਹੋਇਆ, ਇਸ ਉੱਤੇ ਮਾਲਕ ਨੇ ਦਇਆ ਕੀਤੀ, ਫਿਰ ਇਹ ਹੋਂਦ ਵਿੱਚ ਆਇਆ। ਅਤੇ ਕੁਦਰਤ ਸਿਰਫ ਧਰਤੀ ਤੱਕ ਹੀ ਨਹੀਂ ਟਿਕੀ, ਇਹ ਹਰ ਪਾਸੇ ਹੈ, ਹਰ ਜਗ੍ਹਾ ਹੈ, ਸਾਡੇ ਅੰਦਰ ਵੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੁਦਰਤ ਅੰਦਰ ਕੀ ਕੁਝ ਹੈ। ਜੀ ਜਾਤ ਰੰਗਾਂ ਕੇ ਨਾਮ, ਭਾਵ ਕਿ ਸ੍ਰਿਸ਼ਟੀ ਦੀ ਇਸ ਕੁਦਰਤ ਅੰਦਰ ਕਈ ਤਰ੍ਹਾਂ ਦੇ ਜੀਵ ਹਨ, ਭਾਂਤ ਭਾਂਤ ਦੇ ਜੀਵ ਹਨ, ਰੰਗ ਬਰੰਗੇ ਜੀਵ ਹਨ, ਕਈ ਜਾਤਾਂ ਦੇ ਜੀਵ ਹਨ, ਕਈ ਨਸਲਾਂ ਦੇ ਜੀਵ ਹਨ, ਕਈ ਨਾਵਾਂ ਦੇ ਜੀਵ ਹਨ। ਭਾਵ ਕੁਦਰਤ ਰੰਗ ਬਰੰਗੇ ਜੀਵਾਂ ਨਾਲ ਭਰੀ ਪਈ ਹੈ। ਜਿਵੇਂ ਧਰਤੀ ਇੱਕ ਬਗੀਚਾ ਹੋਵੇ ਤੇ ਇਸ ਅੰਦਰ ਸੋਹਣੇ ਸੋਹਣੇ ਫੁੱਲਾਂ ਰੂਪੀ ਜੀਵ ਉੱਗੇ ਹੋਏ ਹਨ, ਇੰਜ ਹੀ ਜਗਤ ਹੈ।
ਜਦ ਅਸੀਂ ਜਗਤ ਨੂੰ ਦੇਖਦੇ ਹਾਂ ਤੇ ਇਹ ਕਿੰਨਾ ਸੋਹਣਾ ਲੱਗਦਾ ਹੈ। ਕਈ ਸਾਰੇ ਤਾਰੇ, ਕਈ ਸਾਰੇ ਸੂਰਜ, ਇਹ ਸਾਰੇ ਰੰਗ ਬਰੰਗੇ ਫੁੱਲਾਂ ਦੀ ਤਰ੍ਹਾਂ ਹਨ ਜੋ ਮਾਲਕ ਦੇ ਬਗੀਚੇ ਵਿੱਚ ਖਿੜੇ ਹੋਏ ਹਨ। ਗੁਰੂ ਸਾਹਿਬ ਇਸ ਤੋਂ ਬਾਅਦ ਫਰਮਾਉਂਦੇ ਹਨ ਕਿ ਸਭਨਾ ਲਿਖਿਆ ਵੜੀ ਕਲਾ। ਵੜੀ ਭਾਵ ਚਲਦੀ ਜਾਂ ਵਗਦੀ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿੰਨੇ ਵੀ ਜੀਵ ਹਨ ਸਭਨਾਂ ਦਾ ਇੱਕ ਤਾਰ ਚਲਦੀ ਕਲਮ ਦੇ ਨਾਲ ਲੇਖਾ ਲਿਖਿਆ ਹੋਇਆ ਹੈ। ਐਦਾਂ ਨਹੀਂ ਕਿ ਕੋਈ ਬਿਨਾਂ ਕਿਸੇ ਲੇਖ ਤੋਂ ਇੱਥੇ ਹੈ, ਹਰ ਕੋਈ ਇੱਥੇ ਰੱਬੀ ਲੇਖ ਲਿਖਾ ਕੇ ਹੀ ਆਇਆ ਹੈ। ਗੁਰੂ ਪਿਆਰਿਓ, ਇਹ ਅਕਾਲ ਪੁਰਖ ਦੀ ਇੱਕ ਬੜੀ ਪਿਆਰੀ ਖੇਡ ਹੈ। ਜੇ ਅਸੀਂ ਇਸ ਖੇਡ ਨੂੰ ਸਮਝ ਲਈਏ ਕਿ ਸਾਨੂੰ ਕਿਸ ਕਾਰਜ ਲਈ ਭੇਜਿਆ ਹੈ, ਸਾਡੇ ਲੇਖ ਅੰਦਰ ਕੀ ਲਿਖਿਆ ਹੈ, ਤਾਂ ਸਾਡੇ ਰਾਹ ਬੜੇ ਸੁਖਾਲੇ ਹੋ ਜਾਂਦੇ ਹਨ। ਕਿਉਂਕਿ ਜਿਸ ਰਾਹ ਲਈ ਭੇਜਿਆ, ਜੇ ਉਸ ਤੇ ਤੁਰ ਪਈਏ ਤਾਂ ਮੰਜ਼ਿਲ ਤੱਕ ਮਨ ਆਪਣੇ ਆਪ ਪੁੱਜ ਜਾਂਦਾ ਹੈ। ਸਾਡੀ ਮੁਸ਼ਕਲ ਇਹ ਹੈ ਕਿ ਸਾਨੂੰ ਦੂਜੇ ਦੇ ਰਸਤੇ ਤੇ ਤੁਰਨਾ ਚੰਗਾ ਲੱਗਦਾ ਹੈ, ਜਿਸ ਕਾਰਨ ਅਸੀਂ ਦੁਖੀ ਹੁੰਦੇ ਹਾਂ ਕਿ ਉਸ ਕੋਲ ਜੋ ਹੈ ਮੇਰੇ ਕੋਲ ਕਿਉਂ ਨਹੀਂ। ਪਰ ਅਸਲ ਵਿੱਚ ਹਰ ਕਿਸੇ ਕੋਲ ਕੁਝ ਨਾ ਕੁਝ ਹੁੰਦਾ, ਪਰ ਪਛਾਣਦਾ ਕੋਈ ਹੈ, ਭਾਲਦਾ ਕੋਈ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਭਾਵ ਕਿ ਇਹ ਜੋ ਲੇਖਾ ਰੱਬ ਨੇ ਹਰੇਕ ਬਾਰੇ ਲਿਖਿਆ ਹੈ, ਇਸ ਲਿਖੇ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਕਿਉਂ? ਕਿਉਂਕਿ ਜੀਵ ਵੱਧ ਤੋਂ ਵੱਧ ਆਪਣੇ ਬਾਰੇ ਜਾਣ ਸਕਦਾ ਹੈ, ਉਹ ਵੀ ਜੇ ਬਹੁਤ ਵਿਚਾਰ ਕਰੇ, ਬਹੁਤ ਆਪਣੇ ਆਪ ਨੂੰ ਬੁੱਝੇ, ਜਾਣੇ, ਸਮਝੇ। ਪਰ ਪੂਰੀ ਕੁਦਰਤ ਬਾਰੇ ਸਾਰਾ ਕੁਝ ਨਹੀਂ ਜਾਣਿਆ ਜਾ ਸਕਦਾ। ਲੇਖਾ ਲਿਖਿਆ ਭਾਵ ਜੇ ਕੋਈ ਲੇਖ ਲਿਖਣਾ ਵੀ ਚਾਹੇ, ਜੇ ਕੋਈ ਦੱਸਣਾ ਵੀ ਚਾਹੇ, ਵਿਚਾਰ ਵੀ ਕਰਨੀ ਚਾਹੇ ਕਿ ਇਹ ਕੁਦਰਤ ਕਿੰਨੀ ਵੱਡੀ ਹੈ, ਕੀ ਕੁਝ ਹੈ, ਤਾਂ ਇਹ ਲੇਖਾ ਲਿਖਿਆ ਕੀਤਾ ਹੋਏ ਭਾਵ ਇਹ ਲੇਖਾ ਕੀਤਾ ਹੋ ਜਾਏਗਾ, ਵੱਧ ਜਾਏਗਾ। ਜਿੰਨਾ ਜਾਣਾਂਗੇ ਉਨਾ ਹੋਰ ਬਾਕੀ ਰਹਿ ਜਾਏਗਾ। ਜਿਵੇਂ ਅਕਾਲ ਪੁਰਖ ਦਾ ਕੋਈ ਅੰਤ ਨਹੀਂ, ਇੰਜ ਉਸ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ। ਇਸ ਬਾਰੇ ਜਿੰਨਾ ਜਾਣਿਆ ਜਾਏ ਉਨਾ ਹੋਰ ਬਾਕੀ ਰਹਿ ਜਾਂਦਾ। ਇਸ ਲਈ ਪੂਰਾ ਲੇਖਾ ਤਾਂ ਨਹੀਂ, ਪਰ ਹਾਂ ਜਿੰਨਾ ਕੁਝ ਹੀ ਉਸ ਤੋਂ ਕੁਝ ਨਾ ਕੁਝ ਗੁਣ ਜ਼ਰੂਰ ਪਾਏ ਜਾ ਸਕਦੇ ਹਨ। ਜ਼ਿੰਦਗੀ ਨੂੰ ਬਹੁਤ ਕੋਲੋਂ ਹੋ ਕੇ ਕੁਦਰਤ ਰਾਹੀਂ ਸਮਝਿਆ ਜ਼ਰੂਰ ਜਾ ਸਕਦਾ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ। ਭਾਵ ਅਕਾਲ ਪੁਰਖ ਤਾਂ ਆਪ ਬੇਅੰਤ ਹੈ, ਉਸ ਦਾ ਤਾਣ ਭਾਵ ਜ਼ੋਰ, ਬਲ ਕਿੰਨਾ ਹੈ, ਇਸ ਨੂੰ ਕਿਸੇ ਵੀ ਮਾਪ ਵਿੱਚ ਮਾਪਿਆ ਨਹੀਂ ਜਾ ਸਕਦਾ। ਕਿਉਂਕਿ ਜਿਸ ਦੀ ਕੁਦਰਤ ਇੰਨੀ ਮਹਾਨ ਤੇ ਫੈਲੀ ਹੋਈ ਹੈ, ਜਦ ਅਸੀਂ ਉਸ ਦੀ ਕੁਦਰਤ ਦਾ ਅੰਤ ਨਹੀਂ ਪਾ ਸਕਦੇ ਤਾਂ ਉਸ ਦੇ ਜ਼ੋਰ ਦਾ ਕਿੱਥੋਂ ਪਤਾ ਲਾ ਪਾਵਾਂਗੇ। ਜਿਵੇਂ ਤਾਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਇੰਜ ਹੀ ਰੂਪ ਦਾ ਕਿ ਉਹ ਕਿੰਨਾ ਸੋਹਣਾ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਭਾਵ ਉਸ ਦੀ ਬਣਾਈ ਇਹ ਕੁਦਰਤ ਕਿੰਨੀ ਸੋਹਣੀ ਹੈ, ਇਸ ਨੂੰ ਸ਼ਬਦਾਂ ਰਾਹੀਂ ਬਿਆਨ ਕਰ ਪਾਣਾ ਬੜਾ ਹੀ ਔਖਾ ਹੈ। ਇਸ ਦਾ ਅੰਦਾਜ਼ਾ ਵੀ ਕਿਸੇ ਸ਼ਬਦ ਅੰਦਰ ਨਹੀਂ ਲਾਇਆ ਜਾ ਸਕਦਾ। ਅਤੇ ਜਿਸ ਨੇ ਇਹ ਸੋਹਣੀ ਕੁਦਰਤ ਬਣਾਈ ਹੈ, ਉਹ ਆਪ ਕਿੰਨਾ ਸੋਹਣਾ ਹੋਏਗਾ, ਇਸ ਬਾਰੇ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕੇਤੀ ਦਾਤ ਭਾਵ ਜਿਵੇਂ ਉਹ ਆਪ ਮਹਾਨ ਹੈ, ਇੰਜ ਹੀ ਉਸ ਦੀ ਹਰੇਕ ਦਾਤ ਵੀ ਮਹਾਨ ਹੈ। ਗੁਰੂ ਪਿਆਰਿਓ, ਅਕਾਲ ਪੁਰਖ ਨੇ ਸਾਨੂੰ ਕਿੰਨੀਆਂ ਸਾਰੀਆਂ ਦਾਤਾਂ ਨਾਲ ਨਿਵਾਜਿਆ ਹੋਇਆ ਹੈ, ਪਰ ਅਸੀਂ ਹਰ ਦਾਤ ਭੋਗਦੇ ਤੇ ਹਾਂ, ਪਰ ਕਦੇ ਧੰਨਵਾਦ ਨਹੀਂ ਕਰਦੇ। ਪਰ ਜੋ ਮਨ ਪੰਚ ਹੋ ਜਾਂਦੇ ਹਨ, ਉਹ ਹਰੇਕ ਸਵਾਸ ਨਾਲ ਉਸ ਦਾ ਧੰਨਵਾਦ ਕਰਦੇ ਹਨ, ਜੋ ਅਕਾਲ ਪੁਰਖ ਨੇ ਬੇਸ਼ਕੀਮਤੀ ਦਾਤਾਂ ਨਾਲ ਸਾਨੂੰ ਬਖਸ਼ਿਆ ਹੈ, ਨਵਾਜਿਆ ਹੈ। ਤੇ ਇਹਨਾਂ ਦਾਤਾਂ ਨੂੰ ਜੇ ਕਿਸੇ ਪੈਸੇ ਅੰਦਰ ਤੋਲਣਾ ਹੋਏ, ਕਿਸੇ ਦੇ ਬਰਾਬਰ ਰੱਖ ਕੇ ਇਸ ਦਾ ਅੰਦਾਜ਼ਾ ਲਾਣਾ ਹੋਏ ਤਾਂ ਅਸੀਂ ਨਹੀਂ ਲਾ ਸਕਦੇ, ਕਿਉਂਕਿ ਇਹ ਬਹੁਤ ਹੀ ਬਹੁਮੁੱਲੇ ਖਜ਼ਾਨੇ ਹਨ ਜੋ ਹੋਰ ਕੋਈ ਨਹੀਂ ਦੇ ਸਕਦਾ। ਕੌਣ ਜਾਣੇ ਕੂਤ ਭਾਵ ਕੋਈ ਵੀ ਰੱਬ ਦੀਆਂ ਦਾਤਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਕਿੰਨੀ ਮਹਾਨ ਤੇ ਕੀਮਤੀ ਹੈ। ਗੁਰੂ ਪਿਆਰਿਓ, ਹਰੇਕ ਦਾਤ ਸਾਡੇ ਲਈ ਬੜੀ ਕੀਮਤੀ ਹੈ। ਕੋਸ਼ਿਸ਼ ਕਰੀਏ ਕਿ ਅਸੀਂ ਇਹਨਾਂ ਦਾਤਾਂ ਦਾ ਘੱਟ ਤੋਂ ਘੱਟ ਧੰਨਵਾਦ ਤੇ ਜ਼ਰੂਰ ਕਰ ਸਕੀਏ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ, ਇਹ ਕੁਦਰਤ ਦਾ ਪਸਾਰਾ ਆਪਣੇ ਇੱਕ ਕਵਾਉ, ਇੱਕ ਵਾਕ ਜਾਂ ਇੱਕ ਹੁਕਮ ਤੋਂ ਹੀ ਪੈਦਾ ਕਰ ਦਿੱਤਾ ਹੈ। ਭਾਵ ਇੱਕ ਤੋਂ ਹੀ ਸ਼ੁਰੂਆਤ ਹੋਈ, ਇੱਕ ਤੋਂ ਹੀ ਬ੍ਰਹਿਮੰਡ ਬਣਨ ਲੱਗੇ ਅਤੇ ਇਹ ਲਗਾਤਾਰ ਵੱਧਦੇ ਹੀ ਚਲੇ ਜਾ ਰਹੇ ਹਨ। ਇਸ ਇੱਕ ਤੋਂ ਹੀ ਲੱਖਾਂ ਦਰਿਆ ਵਹਿਣ ਲੱਗੇ। ਦਰਿਆ ਲੱਖਾਂ ਜੀਵਾਂ ਦੇ, ਲੱਖਾਂ ਬ੍ਰਹਿਮੰਡਾਂ ਦੇ, ਲੱਖਾਂ ਹੀ ਤਰ੍ਹਾਂ ਦੇ ਕੀਮਤੀ ਖਜ਼ਾਨਿਆਂ ਦੇ। ਇਹ ਜੋ ਵੀ ਕੁਝ ਬਣਿਆ, ਇਹ ਇੱਕ ਤੋਂ ਹੀ ਬਣਿਆ ਅਤੇ ਇਹ ਨਿਰੰਤਰ ਵੱਧਦਾ ਹੀ ਚੱਲਦਾ ਜਾ ਰਿਹਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ।
हे ਅਕਾਲ ਪੁਰਖ ਜੀ, ਤੁਹਾਡੀ ਕੁਦਰਤ ਇੰਨੀ ਵੱਡੀ ਹੈ ਅਤੇ ਨਿਰਾਲੀ ਹੈ ਕਿ ਮੈਂ ਵਿਚਾਰਾ ਇਸ ਦੀ ਕੀ ਵਿਆਖਿਆ ਕਰ ਸਕਦਾ ਹਾਂ, ਭਾਵ ਨਹੀਂ ਕਰ ਸਕਦਾ। ਮੈਂ ਤਾਂ ਤੁਹਾਤੋਂ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ, ਭਾਵ ਮੇਰੀ ਪਾਇਆ ਤਾਂ ਬਹੁਤ ਥੋੜੀ ਹੈ। ਗੁਰੂ ਪਿਆਰਿਓ, ਜਿਵੇਂ ਸਾਨੂੰ ਕੋਈ ਬਹੁਤ ਪਿਆਰਾ ਲੱਗੇ ਤਾਂ ਅਸੀਂ ਉਸ ਤੋਂ ਵਾਰ-ਵਾਰ ਸਦਕੇ ਜਾਂਦੇ ਹਾਂ, ਬਲਿਹਾਰੇ ਜਾਂਦੇ ਹਾਂ। ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੈਂ ਇਸ ਕੁਦਰਤ ਨੂੰ ਦੇਖ ਕੇ, ਇਸ ਪਸਾਰੇ ਨੂੰ ਦੇਖ ਕੇ ਇੰਨਾ ਆਨੰਦਿਤ ਹਾਂ ਕਿ ਜੇ ਮੈਂ ਵਾਰ-ਵਾਰ ਵੀ ਵਾਰਨੇ ਜਾਵਾਂ, ਬਲਿਹਾਰੇ ਜਾਵਾਂ, ਤਾਂ ਵੀ ਇੱਕ ਵਾਰ ਵੀ ਬਲਿਹਾਰ ਨਹੀਂ ਜਾਇਆ ਜਾ ਸਕਦਾ। ਇੰਨੀ ਪਿਆਰੀ ਤੇ ਮਹਾਨ ਅਕਾਲ ਪੁਰਖ ਦੀ ਇਹ ਕੁਦਰਤ ਹੈ। ਇਸ ਤੋਂ ਬਾਅਦ ਆਖਰੀ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਦੀ ਬਣਾਈ ਕੁਦਰਤ ਅੰਦਰ ਸਾਨੂੰ ਰਹਿਣ ਦਾ ਮੌਕਾ ਮਾਲਕ ਨੇ ਦਿੱਤਾ ਹੈ ਅਤੇ ਨਾਲ ਹੀ ਬਹੁਤ ਸਾਰੀਆਂ ਦਾਤਾਂ ਨਾਲ ਬਖਸ਼ਿਆ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ। ਇਸ ਸਭ ਲਈ ਜਿੰਨਾ ਵੀ ਧੰਨਵਾਦ ਅਕਾਲ ਪੁਰਖ ਦਾ ਕੀਤਾ ਜਾਵੇ ਉਨਾ ਹੀ ਘੱਟ ਹੈ। ਜਿੰਨੀ ਵਾਰ ਵੀ ਅਕਾਲ ਪੁਰਖ ਤੋਂ ਬਲਿਹਾਰ ਜਾਇਆ ਜਾਏ ਉਨਾ ਹੀ ਥੋੜਾ ਹੈ। ਇਸ ਲਈ ਮੈਨੂੰ ਤਾਂ ਉਹੀ ਕੰਮ ਭਲਾ ਲੱਗਦਾ ਹੈ ਜੋ ਤੁਧ ਭਾਵੈ, ਜੋ ਅਕਾਲ ਪੁਰਖ ਜੀ ਆਪ ਜੀ ਨੂੰ ਭਾਵੇ, ਉਹੀ ਕਾਰ ਮੇਰੇ ਲਈ ਭਲੀ ਹੈ। ਭਾਵ ਹੁਕਮ ਅੰਦਰ ਚੱਲਣਾ ਹੀ ਮੈਨੂੰ ਭਲਾ ਲੱਗਦਾ ਹੈ, ਚੰਗਾ ਲੱਗਦਾ ਹੈ। ਹੁਕਮ ਅੰਦਰ ਚੱਲ ਕੇ ਹੀ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਆਪ ਅਟਲ ਹੈ, ਸਲਾਮਤ ਹੈ, ਭਾਵ ਸਦਾ ਰਹਿਣ ਵਾਲਾ ਹੈ ਅਤੇ ਉਸ ਦੀ ਬਣਾਈ ਕੁਦਰਤ ਵੀ ਉਸ ਦੇ ਵਾਂਗ ਸਦਾ ਸਲਾਮਤ ਹੈ। ਤਾਂ ਗੁਰੂ ਸਾਹਿਬ ਨੇ ਪੰਕਤੀਆਂ ਰਾਹੀਂ ਫਰਮਾਉਂਦੇ ਹਨ ਕਿ ਹੇ ਨਿਰੰਕਾਰ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ, ਭਾਵ ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ। ਇਹ ਨਿਰੰਕਾਰ ਤੂੰ ਸਦਾ ਅਟਲ ਰਹਿਣ ਵਾਲਾ ਹੈ। ਤਾਂ ਗੁਰੂ ਪਿਆਰਿਓ, ਇਹ ਸੀ 16ਵੀਂ ਪੌੜੀ ਜਿਸ ਵਿੱਚ ਅਕਾਲ ਪੁਰਖ ਦਾ ਵਰਣਨ ਹੈ, ਅਕਾਲ ਪੁਰਖ ਦੀ ਕੁਦਰਤ ਦਾ ਵਰਣਨ ਹੈ ਅਤੇ ਇਸ ਨੂੰ ਸਮਝਣ ਵਾਲੇ ਪੰਚ ਮਨ ਭਾਵ ਸੱਚਿਆਰ ਮਨ ਦਾ ਵਰਣਨ ਹੈ। ਗੁਰੂ ਸਾਹਿਬ ਨੇ ਸਮਝਾਇਆ ਕਿ ਉਹ ਮਨੁੱਖ ਹੀ ਭਲੇ ਗਿਣੇ ਜਾਂਦੇ ਹਨ ਜਿਨ੍ਹਾਂ ਨੇ ਸੱਤ, ਸੰਤੋਖ, ਦਇਆ, ਧਰਮ ਤੇ ਵਿਚਾਰ ਨੂੰ ਆਪਣੇ ਜੀਵਨ ਮਾਰਗ ਵਿੱਚ ਅਪਣਾਇਆ ਹੋਇਆ ਹੈ। ਪਰ ਇਹ ਭਲੇ ਮਨੁੱਖ ਜਾਂ ਹੋਰ ਇਹਨਾਂ ਨੇ ਭਾਵੇਂ ਬਹੁਤ ਕੁਝ ਪਾਇਆ ਹੈ, ਪਰ ਇਹ ਵੀ ਰੱਬ ਦਾ ਅੰਤ ਨਹੀਂ ਪਾ ਸਕਦੇ। ਉਸ ਦਾ ਹਿੱਸਾ ਹੋਇਆ ਜਾ ਸਕਦਾ ਹੈ, ਉਸ ਬਾਰੇ ਥੋੜਾ ਬਹੁਤ ਜਾਣਿਆ ਜਾ ਸਕਦਾ ਹੈ, ਪਰ ਪੂਰਾ ਭਾਵ ਅੰਤ ਜਾਣ ਪਾਣਾ ਇਹ ਅੰਦਾਜ਼ਾ ਕੋਈ ਨਹੀਂ ਲਾ ਸਕਦਾ। ਅਤੇ ਜਿੰਨਾ ਜ਼ਿਆਦਾ ਕੋਈ ਮਨ ਇਸ ਕੁਦਰਤ ਨੂੰ ਜਾਣਦਾ ਹੈ ਉਸ ਦਾ ਪਿਆਰ ਹੋਰ ਇਸ ਨਾਲ ਵੱਧ ਜਾਂਦਾ ਹੈ। ਕੁਦਰਤ ਸਿਰਫ ਬਾਹਰ ਹੀ ਨਹੀਂ, ਮਨ ਦੇ ਅੰਦਰ ਵੀ ਹੁੰਦੀ ਹੈ। ਜਿੰਨਾ ਇਸ ਬਾਰੇ ਜਾਣਦੇ ਜਾਂਦੇ ਹਾਂ ਉਨਾ ਅਕਾਲ ਪੁਰਖ ਨਾਲ ਜੁੜਦੇ ਜਾਂਦੇ ਹਨ, ਉਨਾ ਹੁਕਮ ਅੰਦਰ ਚੱਲਣ ਵਾਲੇ ਬਣਦੇ ਜਾਂਦੇ ਹਨ। ਤਾਂ ਅੰਤ ਵਿੱਚ ਇਸ ਪੂਰੇ ਵਿਚਾਰ ਲਈ, ਮਿੱਠੀ ਤੇ ਗਿਆਨ ਭਰਪੂਰ ਬਾਣੀ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਵਿਚਾਰ ਕਰਦੇ ਹੋਈਆਂ ਗਲਤੀਆਂ ਦੀ ਮੈਂ ਖਿਮਾ ਮੰਗਦਾ ਹਾਂ ਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।